स्वागत निगा जी आया नूं प्रोग्राम गल्लां ते गीत। मैं कमलप्रीत कौर। हर रोज़ कोई ना कोई विशा जिहड़ा साडी जिंदगी दे विच अनिखड़वां अंग बन जांदा है। ये विशे सानूं जिंदगी दे विच बहुत सारियां सेधां दिंदे ने। कहंदे ने कि जिहड़ा पंजाब भारत है ना, वो साडे संतां पीरां पैगंबरां दी धरती है। गुरुआं ने अवतार धारिया इस धरती उत्ते ते सानूं माण हुंदा है इस धरती उत्ते रहिंदिआं नूं। ਜਦੋਂ ਅਸੀਂ ਸੰਤਾਂ ਦੀ ਗੱਲ ਕਰਦੇ ਹਾਂ, ਭਗਤਾਂ ਦੀ ਗੱਲ ਕਰਦੇ ਹਾਂ, ਸੰਤ ਕਬੀਰ ਜੀ, ਔਰ ਜਦੋਂ ਇਹਨਾਂ ਦੀ ਗੱਲ ਕਰਦੇ ਹਾਂ ਤਾਂ ਬਹੁਤ ਸਾਰੀਆਂ ਸਿੱਖਿਆਵਾਂ ਸਾਨੂੰ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣ ਨੂੰ ਦਿੱਤੀਆਂ ਨੇ। ਪਰ ਜ਼ਿੰਦਗੀ ਦੇ ਵਿੱਚ ਅਸੀਂ ਕਿੰਨਾ ਕੁ ਅਪਣਾਉਂਦੇ ਹਾਂ, ਇਹ ਸਾਨੂੰ ਸਭ ਨੂੰ ਪਤਾ ਹੈ। ਅਸਲ ਜ਼ਿੰਦਗੀ ਦੇ ਵਿੱਚ ਜਦੋਂ ਸਿੱਖਿਆਵਾਂ ਨੂੰ ਅਮਲੀ ਜਾਮਾ ਪਹਿਨਾ ਕੇ ਆਪਣੀ ਜ਼ਿੰਦਗੀ ਨੂੰ ਅਸੀਂ ਸਾਕਾਰ ਕਰਨਾ ਚਾਹੁੰਦੇ ਹਾਂ, ਫਿਰ ਲੋੜ ਬਣਦੀ ਹੈ ਸੰਤ ਕਬੀਰ ਜੀ ਦੀਆਂ ਸਿੱਖਿਆਵਾਂ ਦੇ ਬਾਰੇ ਚਰਚਾ ਕਰਨ ਦੀ, ਉਹਨਾਂ ਵਿਸ਼ਿਆਂ ਨੂੰ ਛੂਹਣ ਦੀ ਜਿਹਦੇ ਵਿੱਚ ਸੰਤ ਕਬੀਰ ਜੀ ਨੇ ਸਾਨੂੰ ਆਪਣੀ ਬਾਣੀ ਦੇ ਵਿੱਚ ਕਿਤੇ ਨਾ ਕਿਤੇ ਸਿੱਧੇ ਰਾਹ ਪਾਉਣ 'ਤੇ ਉਹ ਮਾਰਗ ਦੱਸੇ ਨੇ, ਉਹ ਮਾਰਗ ਬਣਾਏ ਨੇ ਜਿਨ੍ਹਾਂ ਨੂੰ ਅਸੀਂ ਜ਼ਿੰਦਗੀ ਦੇ ਵਿੱਚ ਅਪਣਾਉਣਾ ਹੁੰਦਾ ਹੈ। ਸੰਤ ਕਬੀਰ ਜੀ ਜਿਹੜੇ ਕਿ ਬਹੁਤ ਹੀ ਦਿਆਲੂ ਸਨ, ਸੰਤ ਕਬੀਰ ਜੀ ਜਿਨ੍ਹਾਂ ਨੇ ਭਾਈਚਾਰਕ ਦੀ ਸਾਨੂੰ ਸਾਂਝ ਦਿੱਤੀ ਹੈ, ਸਾਨੂੰ ਸੁਨੇਹਾ ਦਿੱਤਾ ਹੈ ਭਾਈਵਾਲ ਦਾ, ਔਰ ਗਰੀਬਾਂ ਦੀ ਹਮੇਸ਼ਾ ਮਦਦ ਕਰਨੀ ਉਹਨਾਂ ਨੇ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਸਿਖਾਇਆ ਹੈ। ਪ੍ਰਭੂ ਪਰਮਾਤਮਾ ਦੇ ਨਾਲ ਪਿਆਰ ਭਗਤੀ ਕੀ ਹੁੰਦੀ ਹੈ, ਸੰਤ ਕਬੀਰ ਜੀ ਨੇ ਸਾਨੂੰ ਦੱਸਿਆ ਹੈ। ਸੋ ਅੱਜ ਇਸ ਬਾਰੇ ਪੂਰੀ ਜਾਣਕਾਰੀ ਦੇਣ ਦੇ ਲਈ ਕੀ ਕੁਝ ਉਹਨਾਂ ਦੀਆਂ ਸਿੱਖਿਆਵਾਂ ਸੀ, ਜੀਵਨ ਦੇ ਵਿੱਚ ਕੀ ਘਟਨਾ ਵਾਪਰੀਆਂ ਨੇ, ਕੀ ਫਲਸਫਾ ਹੈ ਉਹਨਾਂ ਦਾ, ਸੋ ਇਸ ਬਾਰੇ ਪੂਰੀ ਜਾਣਕਾਰੀ ਦੇਣ ਦੇ ਲਈ ਅੱਜ ਸਾਡੇ ਵਿਚਕਾਰ ਪਹੁੰਚੇ ਨੇ ਸ਼੍ਰੀ ਰਾਜੇਸ਼ ਕੁਮਾਰ ਭਗਤ ਜੀ। ਸੋ ਨਿੱਘਾ ਜੀ ਆਇਆਂ ਨੂੰ ਉਹਨਾਂ ਦਾ ਇਸ ਪ੍ਰੋਗਰਾਮ ਦੇ ਵਿੱਚ। ਆਪ ਮਹੰਤ ਹੋ ਕਬੀਰ ਚੌਰਾ ਮੱਠ, ਮੂਲ ਗਾਦੀ ਕਾਸ਼ੀ ਬਨਾਰਸ ਦੇ, ਔਰ ਸਟੇਟ ਅਵਾਰਡੀ ਵੀ ਰਹਿ ਚੁੱਕੇ ਨੇ। ਬਹੁਤ ਸਾਰੀਆਂ ਧਾਰਮਿਕ ਹੋ ਗਈਆਂ, ਸਮਾਜਿਕ ਗਤੀਵਿਧੀਆਂ ਹੋ ਗਈਆਂ, ਇਹਨਾਂ ਦੇ ਵਿੱਚ ਹਮੇਸ਼ਾ ਉਹ ਮੋਹਰੀ ਰਹਿੰਦੇ ਨੇ। ਸੋ ਅੱਜ ਸੰਤ ਕਬੀਰ ਜੀ ਦੀਆਂ ਅਸੀਂ ਗੱਲਾਂ ਕਰਨੀਆਂ ਨੇ। ਸੋ ਇਸ ਪ੍ਰੋਗਰਾਮ ਦੇ ਵਿੱਚ ਸ਼ੁਰੂਆਤ ਸਭ ਤੋਂ ਪਹਿਲਾਂ ਸੰਤ ਕਬੀਰ ਜੀ, ਉਹਨਾਂ ਦੇ ਪ੍ਰਕਾਸ਼ ਦੇ ਬਾਰੇ ਅਸੀਂ ਜਾਣਨਾ ਚਾਹੁੰਦੇ ਹਾਂ। ਮਾਤਾ ਪਿਤਾ ਕੌਣ ਸਨ, ਕਿਵੇਂ ਉਹਨਾਂ ਦਾ ਬਚਪਨ ਰਿਹਾ? ਸਭ ਤੋਂ ਪਹਿਲਾਂ ਮੈਂ ਸਤਿਗੁਰੂ ਕਬੀਰ ਜੀ ਦੇ ਪ੍ਰਕਾਸ਼ ਦੇ ਉੱਤੇ ਸਾਰੇ ਸਮੁੱਚੇ ਭਾਰਤ ਵਾਸੀਆਂ, ਦੇਸ਼ ਵਿਦੇਸ਼ਾਂ ਵਿੱਚ ਰਹਿੰਦੇ ਕਬੀਰ ਪੰਥੀਆਂ ਅਤੇ ਹੋਰ ਸਭ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ। ਕਬੀਰ ਸਾਹਿਬ ਦਾ ਜੋ ਜਨਮ ਦਿਹਾੜਾ 4 ਜੂਨ ਨੂੰ ਆ ਰਿਹਾ ਹੈ, ਅਤੇ ਸਭ ਨੂੰ ਇਸ ਮੌਕੇ 'ਤੇ ਬਹੁਤ ਬਹੁਤ ਵਧਾਈ ਹੋਵੇ। ਤੁਹਾਨੂੰ ਵੀ। ਕਬੀਰ ਸਾਹਿਬ ਦਾ ਪ੍ਰਕਾਸ਼ 1398 ਵਿੱਚ ਹੋਇਆ, ਜਦੋਂ ਕਾਸ਼ੀ ਦੇ ਜੁਲਾਹੇ ਨੀਰੂ ਜੀ ਆਪਣੀ ਨਵ ਵਿਵਾਹਿਤਾ ਨੀਮਾ ਦੇ ਨਾਲ ਗੌਣਾ ਕਰਾ ਕੇ ਘਰ ਵਾਪਸ ਲੌਟ ਰਹੇ ਸੀ। ਉਦੋਂ ਨੀਮਾ ਨੂੰ ਪਿਆਸ ਲੱਗੀ। ਜਦੋਂ ਪਿਆਸ ਲੱਗੀ, ਉਦੋਂ ਉੱਥੇ ਰਸਤੇ ਵਿੱਚ ਲਹਿਰ ਤਾਰਾ ਤਲਾਬ ਆਇਆ, ਔਰ ਜਦੋਂ ਉਹ ਪਿਆਸ ਬੁਝਾਉਣ ਦੇ ਲਈ ਥੱਲੇ ਉਤਰੀ, ਉੱਥੇ ਇੱਕ ਨੰਨ੍ਹਾ ਬਾਲਕ ਕਮਲ ਦੇ ਗੁੱਛ ਦੇ ਉੱਤੇ ਰੋਣ ਦੀ ਆਵਾਜ਼ ਆਈ। ਉਸ ਵੇਲੇ ਫਿਰ ਉਹਨਾਂ ਨੇ ਕਬੀਰ ਸਾਹਿਬ ਨੂੰ ਦੱਸਿਆ ਅਤੇ ਦੋਨਾਂ ਨੇ ਆਪਸੀ ਸਹਿਮਤੀ ਦੇ ਨਾਲ ਕਬੀਰ ਸਾਹਿਬ ਨੂੰ ਘਰ ਲੈ ਗਏ, ਜੋ ਕਿ ਵੱਡੇ ਹੋ ਕੇ ਕਬੀਰ ਬਣੇ। ਉੱਥੇ ਜਿੱਥੇ ਲਹਿਰ ਤਾਰਾ ਤਲਾਬ ਹੈ, ਉੱਥੇ ਇੱਕ ਪ੍ਰਾਚੀਨ ਮੰਦਿਰ ਬਣਿਆ ਹੈ ਜੀ, ਪ੍ਰਗਟ ਸਥਲੀ ਉਹਨੂੰ ਕਿਹਾ ਜਾਂਦਾ ਹੈ। ਕਬੀਰ ਸਾਹਿਬ ਦੀ ਪ੍ਰਗਟ ਸਥਲੀ, ਉੱਥੇ ਪ੍ਰਗਟ ਹੋਏ ਸੀ ਕਬੀਰ ਸਾਹਿਬ, ਅਤੇ ਸਾਰੇ ਦੇਸ਼ ਵਿਦੇਸ਼ਾਂ ਤੋਂ ਸ਼ਰਧਾਲੂ ਆ ਕੇ ਉੱਥੇ ਮੱਥਾ ਟੇਕਦੇ ਆ ਅਤੇ ਕਬੀਰ ਸਾਹਿਬ ਦਾ ਆਸ਼ੀਰਵਾਦ ਲੈਂਦੇ ਆ। ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਸੰਤ ਕਬੀਰ ਜੀ ਦਾ ਇਹ ਸੁਨੇਹਾ। ਬਹੁਤ ਸੋਹਣੀ ਗੱਲ ਕੀਤੀ ਹੈ ਤੁਸੀਂ ਪ੍ਰਕਾਸ਼ ਦੀ। ਮਾਤਾ ਪਿਤਾ ਉਹਨਾਂ ਦਾ ਬਚਪਨ ਦੀ ਜਿਹੜੀ ਹੈਗੀ ਆ ਉਹ ਦੱਸ ਦਿੱਤਾ ਹੈਗਾ। ਜਦੋਂ ਅਸੀਂ ਮੁੱਢਲੇ ਜੀਵਨ ਦੀਆਂ ਗੱਲਾਂ ਕਰਦੇ ਆ ਨਾ, ਕਿ ਬਾਲ ਚੋਜ ਵੀ ਬੜੇ ਨਿਆਰੇ ਹੁੰਦੇ ਨੇ, ਹੈ ਨਾ, ਉਹਨਾਂ ਦੀਆਂ ਜੀਵਨੀਆਂ ਦੇ ਵਿੱਚੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਜਿਵੇਂ ਰੱਬ ਦੇ ਨਾਲ ਪਿਆਰ, ਪ੍ਰਭੂ ਨੂੰ ਕਿੱਦਾਂ ਪਿਆਰ ਕਰਦੇ ਹੁੰਦੇ ਸੀ, ਕਿੱਦਾਂ ਰੂਹਾਨੀਅਤ ਜਿਹੜਾ ਹੈਗਾ ਉਹਨਾਂ ਦਾ ਮਾਰਗ ਸ਼ੁਰੂ ਹੋ ਗਿਆ, ਇਹ ਵੀ ਦੱਸਿਆ ਜਾਵੇ।
ਕਬੀਰ ਸਾਹਿਬ ਦੇ ਮਾਤਾ ਪਿਤਾ ਦਾ ਕਿੱਤਾ ਕੱਪੜਾ ਬੁਣਨਾ ਸੀ। ਹੂੰ ਉਹ ਜੁਲਾਹੇ ਸਨ ਅਤੇ ਕੱਪੜਾ ਬੁਣਨ ਦਾ ਕੰਮ ਕਰਦੇ ਸੀ। ਕਿਉਂਕਿ ਮਾਤਾ ਪਿਤਾ ਕੱਪੜੇ ਦਾ ਬੁਣਨ ਦਾ ਕੰਮ ਕੀਤਾ ਸੀ, ਕੰਮ ਕਰਦੇ ਸੀ। ਕਬੀਰ ਸਾਹਿਬ ਵੀ ਉਹਨਾਂ ਦੇ ਨਾਲ ਛੋਟੀ ਉਮਰ ਦੇ ਵਿੱਚ ਹੀ ਹੱਥ ਵਟਾਉਣ ਲੱਗ ਗਏ। ਅੱਛਾ। ਔਰ ਕੱਪੜਾ ਬੁਣਨ ਦੇ ਵਿੱਚ ਵੀ ਉਹ ਕਾਫੀ ਨਿਪੁੰਨ ਹੋ ਗਏ। ਤੋ ਕਬੀਰ ਸਾਹਿਬ ਦਾ ਕੱਪੜਾ ਬੁਣਨ ਦੇ ਵਿੱਚ ਨਿਪੁੰਨ ਹੋਣਾ, ਮਾਤਾ ਪਿਤਾ ਨਾਲ ਹੱਥ ਵਟਾਉਣਾ, ਲੇਕਿਨ ਸਭ ਤੋਂ ਵੱਡੀ ਇਹਨਾਂ ਦੇ ਮੁੱਢਲੀ ਜੀਵਨ ਦੇ ਵਿੱਚ ਇਹ ਗੱਲ ਸੀ ਕਿ ਇਹਨਾਂ ਦਾ ਜੋ ਝੁਕਾਅ ਸੀ ਪਰਮਾਰਥ ਵੱਲ ਸੀ, ਭਗਤੀ ਵੱਲ ਸੀ, ਰੂਹਾਨੀਅਤ ਵੱਲ ਸੀ। ਇਸ ਤਰ੍ਹਾਂ ਇਹ ਕਿਸੇ ਵੇਲੇ ਇਹ ਸਾਰਾ ਦਿਨ ਹੀ ਰੂਹਾਨੀਅਤ ਦੇ ਵਿੱਚ, ਭਗਤੀ ਦੇ ਵਿੱਚ ਲੱਗੇ ਰਹਿੰਦੇ ਸਨ ਅਤੇ ਮਾਤਾ ਪਿਤਾ ਕਿਸੇ ਵੇਲੇ ਸੋਚਦੇ ਸੀ ਕਿ ਸਾਡਾ ਬੱਚਾ ਸਾਰਾ ਦਿਨ ਹੀ ਉਸ ਭਗਤੀ ਦੇ ਵਿੱਚ ਲੀਨ ਹੋਇਆ ਰਹਿੰਦਾ ਹੈ। ਤੋ ਕਬੀਰ ਸਾਹਿਬ ਦਾ ਮੁੱਢਲੀ ਜੀਵਨ ਇਸ ਤਰ੍ਹਾਂ ਸੀ। ਇੱਕ ਵਾਰੀ ਇਹਨਾਂ ਦੇ ਮਾਤਾ ਪਿਤਾ ਨੇ ਇਹਨਾਂ ਨੂੰ ਵਪਾਰ ਕਰਨ ਲਈ ਕੱਪੜਾ ਦੇ ਕੇ ਭੇਜਿਆ। ਜਦੋਂ ਕੱਪੜਾ ਦੇ ਕੇ ਭੇਜਿਆ, ਉੱਥੇ ਇੱਕ ਦਰਿੱਦਰ, ਇੱਕ ਗਰੀਬ ਇਨਸਾਨ ਠੰਡ ਨਾਲ ਸੁੰਗੜ ਰਿਹਾ ਸੀ। ਅੱਛਾ ਜੀ। ਤੇ ਇਸ ਨੇ ਕਬੀਰ ਸਾਹਿਬ ਨੇ ਦੇਖਿਆ ਨਾ ਗਿਆ, ਉਹ ਜੋ ਗਰੀਬ ਇਨਸਾਨ, ਇਹਨਾਂ ਨੇ ਅੱਧਾ ਕੱਪੜਾ ਉਹਨੂੰ ਦੇ ਦਿੱਤਾ। ਜਦੋਂ ਉਸਨੇ ਅੱਧੇ ਹੋਰ ਕੱਪੜੇ ਦੀ ਮੰਗ ਕੀਤੀ, ਪੂਰਾ ਕੱਪੜਾ ਦੇ ਕੇ ਘਰ ਆ ਗਏ ਔਰ ਮਾਂ-ਬਾਪ ਦੀ ਕਾਫੀ ਡਾਂਟ ਵੀ ਪਈ। ਲੇਕਿਨ ਭਾਵੇਂ ਕਿ ਕਬੀਰ ਸਾਹਿਬ ਦੇ ਮਨ ਦੇ ਦਾ ਜਾਂ ਹਿਰਦੇ ਸੀ ਹਮੇਸ਼ਾ ਕੋਮਲ ਸੀ ਅਤੇ ਦਿਆਲੂ ਸੀ। ਹਮੇਸ਼ਾ ਹੀ ਕਬੀਰ ਸਾਹਿਬ ਦੇ ਹਮਦਰਦੀ ਸੀ ਗਰੀਬਾਂ ਨਾਲ ਅਤੇ ਭਗਤੀ ਵੱਲ ਇਹਨਾਂ ਦਾ ਝੁਕਾਅ ਸੀ ਮੁੱਢਲੇ ਜੀਵਨ ਦੇ ਵਿੱਚ, ਜਿਹੜਾ ਕਿ ਸਾਰੀ ਉਮਰ ਫਿਰ ਇਹਨਾਂ ਨੇ ਇੱਕ ਦੁਨੀਆ ਨੂੰ ਆਪਸੀ ਭਾਈਚਾਰੇ ਦਾ, ਇਕਜੁੱਟਤਾ ਦਾ ਸੰਦੇਸ਼ ਦਿੱਤਾ। ਜੀ। ਜਦੋਂ ਇਕਜੁੱਟਤਾ ਦੀ ਗੱਲ ਹੁੰਦੀ ਹੈ ਨਾ, ਅਸੀਂ ਸਾਰੇ ਰੱਬ ਦੇ ਬੱਚੇ ਹਾਂ, ਹੈ ਨਾ। ਅਤੇ ਅਸੀਂ ਜਦੋਂ ਸੰਤ ਕਬੀਰ ਜੀ ਨੂੰ ਪੜ੍ਹਦੇ ਹਾਂ ਅਤੇ ਉਹਨਾਂ ਦੇ ਵਿੱਚ ਜਾਤ ਪਾਤ ਦਾ ਖੰਡਨ ਜਿਹੜਾ ਹੈਗਾ ਉਹਨੂੰ ਹਮੇਸ਼ਾ ਮੋਹਰੀ ਰੱਖਿਆ ਉਹਨਾਂ ਨੇ ਕਿਹਾ ਕਿ ਅਸੀਂ ਸਭ ਬਰਾਬਰ ਹਾਂ, ਸਾਡੇ ਵਿੱਚ ਕੋਈ ਧਰਮਾਂ ਦੇ ਨਾਂ 'ਤੇ, ਜਾਤਾਂ ਦੇ ਨਾਂ 'ਤੇ ਕੋਈ ਵਖਰੇਵਾਂ ਨਹੀਂ ਹੈਗਾ। ਹੋਰ ਕੀ ਸੁਨੇਹਾ ਸੀ ਉਹਨਾਂ ਦਾ? ਦੇਖੋ, ਕਬੀਰ ਸਾਹਿਬ ਨੇ ਸਾਫ਼ ਕਿਹਾ ਹੈ, ਏਕ ਜੋਤ ਥੈ ਉਤਪਨਾ, ਕੌਣ ਬਾਮਣ ਕੌਣ ਸੁੰਦਾ, ਕੋਈ ਉੱਚਾ ਨਹੀਂ ਕੋਈ ਨੀਵਾ ਨਹੀਂ, ਸਭ ਬਰਾਬਰ ਹਨ ਜੀ। ਬੇਗਰ ਭੇਗਰ ਨਾਮ ਧਰਾਏ, ਏਕ ਮਾਟੀ ਕੇ ਭਾਂਡੇ। ਤੇ ਕਬੀਰ ਸਾਹਿਬ ਤਾਂ ਇੱਥੋਂ ਤੱਕ ਕਹਿ ਰਿਹਾ ਕਿ ਜਾਤ ਨਹੀਂ ਜਗਦੀਸ਼ ਕੀ, ਹਰ ਜਨ ਕੀ ਕਿਆ ਹੋਏ, ਜਾਤ ਪਾਤ ਕੇ ਕੀਚ ਮੇ ਡੂ ਮਰੋ ਮਤ ਕੋਏ। ਕਬੀਰ ਸਾਹਿਬ ਆਖਦੇ ਨੇ, ਸੰਦੇਸ਼ ਦਿੰਦੇ ਆ ਕਿ ਰੱਬ ਦੀ ਕੋਈ ਜਾਤ ਨਹੀਂ ਹੈ ਤਾਂ ਇਨਸਾਨ ਦੀ ਕੀ ਜਾਤ ਹੋ ਸਕਦੀ ਹੈ। ਇਸ ਜਾਤ ਪਾਤ ਦੇ ਕਿਚੜ ਦੇ ਵਿੱਚ ਡੁੱਬਣਾ ਨਹੀਂ ਚਾਹੀਦਾ। ਕਬੀਰ ਸਾਹਿਬ ਫਿਰ ਖੁਦ ਆਪਣੇ ਆਪ ਨੂੰ ਕਹਿੰਦੇ ਆ, ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ, ਬਲਿਹਾਰੀ ਸੀ ਜਾਤ ਕੋ ਜੀ ਜਿਪਿਓ ਸਿਰਜਨ ਹਾਰ। ਕਬੀਰ ਸਾਹਿਬ ਕਹਿੰਦੇ ਆ, ਲੋਕ ਮੇਰੀ ਜਾਤ ਨੂੰ ਉਪਹਾਰ ਕਰਦੇ ਆ, ਤਿਰਸਕਾਰ ਕਰਦੇ ਆ, ਠੱਠਾ ਮਾਰਦੇ ਕਿ ਜਾਤ ਦਾ ਜੁਲਾਹਾ ਹੈ, ਪਰ ਮੈਂ ਉਸ ਈਸ਼ਵਰ ਦਾ ਸ਼ੁਕਰ ਹਾਂ ਕਿ ਮੈਂ ਇਸ ਜਾਤ ਵਿੱਚ ਰਹਿ ਕੇ ਉਹਦਾ ਨਾਮ ਜਪਿਆ ਹੈ। ਕਬੀਰ ਸਾਹਿਬ ਅੱਗੇ ਜਾ ਕੇ ਵੀ ਸੰਦੇਸ਼ ਦਿੰਦੇ ਆ, ਹਿੰਦੂ ਕਹੂੰ ਤਾਂ ਮੈਂ ਨਹੀਂ, ਮੁਸਲਮਾਨ ਵੀ ਨਹੀਂ, पांच तत्व का पुतला गेबी खेले माही, ना मैं हिंदू हाँ ना मैं मुसलमान हाँ, मैं तो एक पंच तत्व का पुतला हाँ और मेरे विच भी वही आत्मा है जो सारिਆਂ ਦੇ ਵਿੱਚ आत्मा बसदी है। जी बिल्कुल। कबीर साहब ने जात पात ਨੂੰ स्वीकार नहीं, जात पात ਦੇ जो फर्क है ਉਸ ਨੂੰ स्वीकार नहीं ਕੀਤਾ। ਕਬੀਰ ਸਾਹਿਬ ਨੇ ਜਾਤ ਪਾਤ ਅਤੇ ਝੂਠੇ ਰੀਤੀ ਰਿਵਾਜਾਂ ਦਾ ਹਮੇਸ਼ਾ ਹੀ ਖੰਡਨ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਰੱਬ ਦੇ ਬਣਾਏ ਹੋਏ ਸਾਰੇ ਇੱਕ ਬੰਦੇ ਹਨ, ਅਵਲ ਅੱਲਾ ਨੂਰੋ ਪਾਇਆ ਕੁਦਰਤ के सब बंदे एक नूर ते सब जग उपजा कौन भले को मनते। बिल्कुल सही किया और ये बहुत सोहना संदेश है ना संत कबीर जी ने दिता। और ਜਦੋਂ ਨਾ ਅਸੀਂ ਘਟਨਾਵਾਂ ਦੇ ਬਾਰੇ ਗੱਲ ਕਰਦੇ ਹਾਂ ਉਹਨਾਂ ਵਿੱਚ ਬਹੁਤ ਸਾਰੀਆਂ ਸਿੱਖਿਆਵਾਂ ਸਾਨੂੰ ਮਿਲਦੀਆਂ ਨੇ, ਹੈ ਨਾ। ਸੰਤ ਕਬੀਰ ਜੀ ਦੀਆਂ ਕਿਹੜੀਆਂ ਘਟਨਾਵਾਂ ਸੀ ਸਾਡੇ ਦਰਸ਼ਕਾਂ ਨੂੰ ਦੱਸਿਆ ਜਾਵੇ। ਕਬੀਰ ਸਾਹਿਬ ਦੀਆਂ ਜੀਵਨ ਦੇ ਵਿੱਚ ਬਹੁਤ ਵੱਡੀਆਂ ਘਟਨਾਵਾਂ ਵਾਪਰੀਆਂ। 15ਵੀਂ ਸਦੀ ਦੇ ਅੰਤ ਵਿੱਚ ਸਿਕੰਦਰ ਲੋਧੀ ਰਾਜਾ ਬਨਾਰਸ ਆਏ ਜੀ। ਉਹਨਾਂ ਮੁੱਲਾਂ ਅਤੇ ਪੰਡਤਾਂ ਨੇ, ਪ੍ਰੋਹਿਤਾਂ ਨੇ, ਮੌਲਵੀਆਂ ਨੇ ਇਹ ਸ਼ਿਕਾਇਤ ਕੀਤੀ ਕਿ ਹਿੰਦੂਆਂ ਦੇ ਰਾਮ ਅਤੇ ਮੁਸਲਮਾਨਾਂ ਦੇ ਖੁਦਾ ਨੂੰ ਇੱਕ ਆਖਦਾ ਹੈ।
ਅੱਛਾ। ਇਹ ਸ਼ਿਕਾਇਤ ਕੀਤੀ। ਲੇਕਿਨ ਜਦੋਂ ਪੁਰੋਹਿਤ ਔਰ ਮੁੱਲਾ ਜਦੋਂ ਰਾਜੇ ਨੂੰ ਇਹ ਕਿਹਾ ਵੀ ਇਹ ਦੋਵਾਂ ਦੇ ਖੁਦਾ ਨੂੰ ਇੱਕ ਆਖਦਾ ਹੈ ਔਰ ਇਹ ਸਾਡੇ ਰੀਤੀ ਰਿਵਾਜਾਂ ਨੂੰ ਵੀ ਨਿਖੇਧੀ ਕਰਦਾ ਹੈ, ਹਿੰਦੂਆਂ ਦੇ ਰੀਤੀ ਰਿਵਾਜ ਜੋ ਪਖੰਡ ਦੇ ਰੀਤੀ ਰਿਵਾਜ ਹਨ ਉਹਨਾਂ ਦੀ ਨਿਖੇਧੀ ਕਰਦਾ ਹੈ, ਮੁਸਲਮਾਨਾਂ ਦੇ ਕੋਈ ਰੀਤੀ ਰਿਵਾਜ ਹਨ ਉਹਨਾਂ ਦੀ ਨਿਖੇਧੀ ਕਰਦਾ ਹੈ। ਤੇ ਰਾਜਾ ਇਸ ਗੱਲ ਨੂੰ ਰਾਜੇ ਨੇ ਇਹਨੂੰ ਆਪਣੇ ਦਰਬਾਰ ਵਿੱਚ ਬੁਲਾਇਆ, ਕਬੀਰ ਸਾਹਿਬ ਨੂੰ ਦਰਬਾਰ ਵਿੱਚ ਬੁਲਾਇਆ ਗਿਆ। ਠੀਕ ਹੈ। ਜਦੋਂ ਇਹ ਦਰਬਾਰ ਵਿੱਚ ਹਾਜ਼ਰ ਹੋਏ ਤੇ ਰਾਜੇ ਨੂੰ ਇਹਨਾਂ ਨੇ ਚੁੱਕ ਕੇ ਸਲਾਮ ਨਹੀਂ ਕੀਤਾ, ਆਮ ਦੀ ਤਰ੍ਹਾਂ ਇਹਨਾਂ ਨੇ ਸਲਾਮ ਕੀਤਾ। ਲੇਕਿਨ ਕਾਜੀ ਨੇ ਕਿਹਾ ਵੀ ਸ਼ਹਿਨशाह ਨੂੰ ਤੂੰ ਚੁੱਕ ਕੇ ਕਿਉਂ ਨਹੀਂ ਸਲਾਮ ਕੀਤਾ? ਤੇ ਉਦੋਂ ਇਹਨਾਂ ਨੇ ਕਿਹਾ ਕਿ ਮੈਂ ਇੱਕ ਹੀ ਸ਼ਹਿਨशाह ਨੂੰ ਜਾਣਦਾ ਹਾਂ ਤੇ ਮੈਂ ਉਹਦੇ ਅੱਗੇ ਹੀ ਝੁਕਦਾ ਹਾਂ। ਉਹ ਰਾਜੇ ਨੂੰ ਇਸ ਗੱਲ ਦਾ ਬਹੁਤ ਗੁੱਸਾ ਆਇਆ। ਉਹ ਰਾਜੇ ਨੇ ਕਿਹਾ ਇਹਨਾਂ ਦੇ ਜੋ ਹੱਥ ਪੈਰ ਬੰਨ੍ਹ ਕੇ ਇਹਨਾਂ ਨੂੰ ਦਰਿਆ ਵਿੱਚ ਡੋਬ ਦਿੱਤਾ ਜਾਵੇ। ਅੱਛਾ। ਤੇ ਦਰਿਆ ਵਿੱਚ ਸੁੱਟਿਆ ਗਿਆ ਕਬੀਰ ਸਾਹਿਬ ਨੂੰ। ਲੇਕਿਨ ਦਰਿਆ ਦੇ ਵਿੱਚੋਂ ਵੀ ਕਬੀਰ ਸਾਹਿਬ ਉੱਤੇ ਉੱਠ ਕੇ ਉੱਭਰ ਕੇ ਆ ਗਏ। ਉਦੋਂ ਗੰਗ ਗੁਸਾਇਨ ਗਹਿਰ ਗੰਭੀਰ ਜੰਜੀਰ ਬਾਂਧ ਕਰ ਖੜੇ ਕਬੀਰ, ਮਨ ਨਾ ਡਿਗੇ ਤਨ ਕਾਹੇ ਕੋ ਡਰਾਓ, ਚਰਨ ਕਮਲ ਚਿਤ ਰੇ ਸਮਾਓ। कहत गंगा की लहर मेरी टूटी जंजीर, मृगशाला पे बैठे कबीर, कहत कबीर कोई संग ना साथ, जल थल राखन है रघुनाथ। तो कबीर साहब ने कहा कि मेरा उस ईश्वरी मैनू सब जगह सहारा दिंदा है, वही मेरा अंग संग सहाई है। उस तो बाद राजे ने हुक्म दिता कि इस नूं मस्त हाथी दे अगे सिट दिता जावे। अच्छा जी। ते ये महावत ने हाथी नूं कोशिश की अगे जाके इनू कुचल दिता जाए कबीर साहब नूं, लेकिन हाथी अगे नहीं वधिया, अपनी जगह ते ही खड़ा रहा, क्योंकि उस हाथी दे अंदर भी उस ईश्वर दा वासा सी। कबीर साहब वाकई हृदय वसे भगवान। तो इस तरह हाथी ने कबीर साहब नूं नहीं कुचलिया। उस तो बाद फिर राजे ने हुक्म दिता उन्होंने बलदी अग दे विच सुट दिता जावे। अच्छा। फिर उन्होंने इन्हां नूं बलदी अग विच सुटिया, लेकिन उथों भी कबीर साहब सुकुशल उभर के उत्ते आ गए, कुछ नहीं होया। फिर राजे ने ये पश्चाताप किया कि ये कोई आम शख्सियत नहीं है, ये बहुत महान शख्सियत है। फिर राजे ने नीवियाँ पा के कबीर साहब तो माफ़ी मंगी और कबीर साहब ने फिर इस तरह उन्होंने माफ़ कर दिता। कबीर साहब ने कहा जो ईश्वर करता है और उहदे दिल विच बहुत दया है, तो इस करके उन्हें माफ़ किया। लेकिन ये बदले राजे ने उन्होंने धन दौलत जमीन देने की भी कोशिश की, लेकिन कबीर साहब ने इनू मंजूर नहीं किया। जिनको कछु ना चाहिए वो शहनशाह का शह। तो कबीर साहब ने ये धन दौलत जो राजे ने दी सी उन्होंने इन्हों ने मंजूर नहीं किया। राजे ने राजे नूं माफ़ कर दिता। राजे ने इस गल की अपनी माफ़ी भी मंगी कबीर साहब तो। क्या बात है। जिंदगी दियां जीवन दियां घटनावां ना जिन्हां तो बहुत कुछ सानू सीखण नूं मिलदा है। सीखण नूं ये भी मिलदा है कि तुहाडा रब ते यकीन, रब ते भरोसा बहुत होना चाहिए है। फिर कोई भी दुनिया की माड़ी चीज़ है तुहाडे ते तुहानू कदे भी मार नहीं सकती, तुहानू प्रभावित नहीं कर सकती। सो संत कबीर जी दियां गल्लां असीं कर रहे हैं, उन्हां दी जिंदगी बारे, जीवन दे बारे, फलसफे बारे असीं गल्लां कर रहे हैं। सो एक जिहड़ी है बहुत ही खास जिहड़ी है संत कबीर जी दे प्रकाश पुरब नूं मुख रखदियां होयां संत विवेक दास आचार्य कबीर पंथ मुखी उन्होंने अपनी एक सुनेहा दिता है सारे ही समाज नूं और सारियां ही समाज नूं बहुत बहुत मुबारकां भेजियां ने। आओ इस क्लिप दे नाल इस जिहड़ी वीडियो छोटी जी उहदे नाल जुड़ते हाँ। कबीर जयंती के दिन कबीर साहब का सबसे मुख्य जो संदेश है कि पोथी पढ़ी पढ़ी जग मुआ, पंडित भया न कोई, ढाई आखर प्रेम का पढ़े सो पंडित होय। बुरा जो देखन मैं चला, बुरा न मिलिया कोई, जो दिल ढूंढो आपना, मुझसे बुरा न कोई। मीठा सबसे बोलिए, सुख विजय चहु और, बसीकरण यह मंत्र है, तजिए बचन कठोर। ये जो कबीर साहब का संदेश है, ये बानी है, उनके जन जन में पहुंचाने का काम करते हैं। आज वही कबीर साहब की जयंती के दिन हम ये संदेश हमारे यहाँ लाखों लोग कबीर साहब के कर्मभूमि साधना स्थली
पर आते हैं और संदेश देते हैं। और हम लोग देश में भी घूम घूम करके इस संदेश को कबीर जयंती के उपलक्ष्य में पहुंचाने का काम करते हैं। वो आज से 600 साल पहले कबीर साहब का अवतरण हुआ था और उन्होंने पूरे भारत की जनता को, भारत के लोगों को, भारत के तमाम मानवता का, इंसानियत का संदेश पहुंचाने का काम किया। इसलिए हम कबीर साहब की जयंती के दिन आज मैं बहुत बहुत शुभकामनाएं प्रेषित करता हूं, भेजता हूं कि लोग कबीर साहब के वाणी को स्वीकार करें, वाणी को मानें और उसके रास्ते पे चलने का काम करें। ਅੱਜ ਲੋੜ ਹੈ ਸੰਤ ਭਗਤ ਕਬੀਰ ਜੀ ਦੀ ਬਾਣੀ ਦੇ ਉੱਤੇ ਸਾਨੂੰ ਆਪਣੇ ਆਪ ਨੂੰ ਵਿਚਾਰਨ ਦੀ। ਔਰ ਕਹਿੰਦੇ ਨੇ ਕਿ ਬਾਣੀ ਨੂੰ ਪੜ੍ਹ ਲੈਣਾ ਹੀ ਸਾਡਾ ਇਹ ਮਕਸਦ ਨਹੀਂ ਹੁੰਦਾ, ਉਸ 'ਤੇ ਵਿਚਾਰ ਕਰਨੀ ਵੀ, ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣਾ ਵੀ ਸਾਡਾ ਇੱਕ ਮਕਸਦ ਹੋਣਾ ਚਾਹੀਦਾ ਹੈ। ਤਾਂ ਹੀ ਤਾਂ ਅਸੀਂ ਅਸਲੀ ਜਾਮਾ ਦੇ ਕੇ, ਅਮਲੀ ਜਾਮਾ ਦੇ ਕੇ ਆਪਣੀ ਜ਼ਿੰਦਗੀ ਦੇ ਵਿੱਚ ਇਸ ਨੂੰ ਅਪਣਾਈਏ। ਔਰ ਸ਼੍ਰੀ ਰਾਜੇਸ਼ ਕੁਮਾਰ ਭਗਤ ਜੀ ਸਾਡੇ ਨਾਲ ਮੌਜੂਦ ਨੇ ਔਰ ਅਸੀਂ ਗੱਲਬਾਤ ਕਰ ਰਹੇ ਹਾਂ ਸੰਤ ਕਬੀਰ ਜੀ ਦੇ ਬਾਰੇ। ਔਰ ਜਿਵੇਂ ਕਿ ਅਸੀਂ ਘਟਨਾਵਾਂ ਦੀ ਗੱਲ ਕਰਦੇ ਹਾਂ ਨਾ, ਜ਼ਿੰਦਗੀ ਦੇ ਵਿੱਚ ਉਹਨਾਂ ਦੀਆਂ ਘਟਨਾਵਾਂ ਬਹੁਤ ਸਾਰੀਆਂ ਵਾਪਰੀਆਂ ਨੇ। ਇੱਥੇ ਹੀ ਉਹਨਾਂ ਦੇ ਪ੍ਰਭੂ ਦੇ ਨਾਲ ਪਿਆਰ ਜਿਹੜਾ ਸੀ, ਉਹਨਾਂ ਨੇ ਆਪਣੀ ਬਾਣੀ ਰਚਨੀ ਸ਼ੁਰੂ ਕਰ ਦਿੱਤੀ। ਅਤੇ ਜਦੋਂ ਅਸੀਂ ਕਹਿੰਦੇ ਹਾਂ ਕਿ ਸੰਤ ਕਬੀਰ ਜੀ ਦੀ ਜਿਹੜੀ ਬਾਣੀ ਹੈ ਜੁਗੋ ਜੁਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਦਰਜ ਹੈ। ਕਿੰਨੀ ਕੁ ਬਾਣੀ ਦਰਜ ਹੈ, ਬਾਣੀ ਦਾ ਜਿਹੜਾ ਹੈ ਉਹ ਕਿਸ ਤਰ੍ਹਾਂ ਦਾ ਸੰਤ ਕਬੀਰ ਜੀ ਨੇ ਆਪਣੀ ਬਾਣੀ ਦੇ ਵਿੱਚ ਰੂਪ ਰੇਖਾ ਦਿੱਤੀ ਹੈ, ਕੀ ਸੁਨੇਹਾ ਦਿੱਤਾ ਹੈ, ਕੀ ਆਦੇਸ਼ ਨੇ ਸਾਡੇ ਵਰਗੇ ਲੋਕਾਂ ਨੂੰ, ਤਾਂ ਕਿ ਅਸੀਂ ਜ਼ਿੰਦਗੀ ਦੇ ਵਿੱਚ ਅਪਣਾ ਕੇ ਆਪਣੀ ਜ਼ਿੰਦਗੀ ਨੂੰ ਸਫਲਾ ਕਰ ਲਈਏ। ਕਬੀਰ ਸਾਹਿਬ ਦੀ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਬਾਣੀ ਦਰਜ ਹੈ ਔਰ ਕਬੀਰ ਸਾਹਿਬ ਦੀਆਂ ਸ਼ਬਦ, ਦੋਹੇ, ਸਾਖੀਆਂ ਕਬੀਰ ਸਾਹਿਬ ਦੀਆਂ ਜੋ ਦਰਜ ਹਨ। ਸਾਖੀ आँखी ज्ञान की, समझ देख मन माँ, बिन साखी संसार का झगड़ा छुटत ना। क्योंकि संसार एक झगड़े की जड़ है। क्योंकि आपस विच जात पात, ऊच नीच विच जो संसार है अंधकार दे विच डुबिया होया है। बिल्कुल। तो कबीर साहब ये कहते हैं कि ज्ञान जो है, ज्ञान बहुत जरूरी है ਅੰਧਕਾਰ ਨੂੰ ਦੂਰਨ ਲਈ, ਪ੍ਰਕਾਸ਼ ਦੇ ਵਿੱਚ ਜਾਣ ਲਈ। ਜੋ ਅਗਿਆਨਤਾ ਦਾ ਪ੍ਰਕਾਸ਼ ਹੈ ਉਹਨੂੰ ਦੂਰ ਕਰਨਾ ਪਏਗਾ ਜੀ। ਗਿਆਨਤਾ ਦੇ ਪ੍ਰਕਾਸ਼ ਵਿੱਚ ਜਾ ਕੇ ਜੋ ਆਪਸੀ ਭਾਈਚਾਰਾ ਜਾਂ ਘ੍ਰਿਣਾ ਹੈ ਜਾਂ ਜਲਨ ਹੈ, ਜਾਤ ਪਾਤ ਦੇ ਨਾਂ ਦੇ ਉੱਤੇ, ਸਾਖੀਆਂ ਕਬੀਰ ਸਾਹਿਬ ਨੇ ਬਿਲਕੁਲ ਸਾਫ਼ ਕਿਹਾ ਹੈ, ਜਾਤ ਨਹੀਂ ਜਗਦੀਸ਼ ਕੀ, ਹਰ ਜਨ ਕੀ ਕਿਆ ਹੋਏ। तो जो रब दी नहीं जात तो फिर की हो सकती है इंसान दी। तो कबीर साहब ਦੀਆਂ ਸਾਖੀਆਂ ਉਹਨਾਂ ਨੇ ਵੀ ਕਿਹਾ ਕਿ ਮੇਰੀਆਂ ਸਾਖੀਆਂ ਹਨ ਜਾਂ ਦੋਹੇ ਹਨ, ਗੀਤ ਨਾ ਸਮਝਿਆ ਜਾਓ। तुम जिन जानो गीत है, जे निज ब्रह्मा विचार, केवल कह समझाया आत्म साधन सार। तो कबीर साहब ने कहा कि गीत नहीं, ये साखियां ने ना ते अमल करना है। ये सानू एक संदेश देतियां हैं आपसी भाईचारे का, आपसी प्रेम का, एकजुटता का, साझीवालता का, ताकि असी आपसी सारे मिलजुल के रहिए अते सुखी रहिए। और जो असी देश विदेशों के अज जो आपसी जात पात के बंधना के बंधे हैं, ईर्खा चल रही है, ਉਹਦੇ ਲਈ ਕਬੀਰ ਜੀ ਦੀ ਜੋ ਬਾਣੀ ਹੈ ਉਹਦੇ 'ਤੇ ਚੱਲਣਾ ਬਹੁਤ ਜ਼ਰੂਰੀ ਹੈ। ਕਿਉਂਕਿ ਇਹ ਸੇਧ ਇੱਕੋ ਹੀ ਦਿੰਦੀ ਹੈ, ਪ੍ਰੇਮ ਦਾ, ਭਗਤੀ ਦਾ, ਭਾਈਚਾਰੇ ਦਾ। ਕਬੀਰ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਕਾਫੀ ਦਰਜ ਹੈ, ਲੇਕਿਨ ਤਕਰੀਬਨ 542 ਦੇ ਕਰੀਬ ਇਹਦੇ ਸ਼ਬਦ ਦੋਹੇ ਜਾਂ ਸਾਰੀ ਬਾਣੀ ਦਰਜ ਹੈ, ਜੋ ਕਿ ਸਾਰੇ ਸੰਸਾਰ ਨੂੰ ਇੱਕ ਸੰਦੇਸ਼ ਦਿੰਦੀ ਹੈ ਇਕਜੁੱਟਤਾ ਦਾ, ਭਾਈਚਾਰੇ ਦਾ, ਪ੍ਰੇਮ ਦਾ, ਭਗਤੀ ਦਾ। ਇਹੋ ਕਬੀਰ ਸਾਹਿਬ ਚਾਹੁੰਦੇ ਇਸ ਮਾਰਗ ਤੇ ਚੱਲ ਕੇ ਸੰਸਾਰ ਜੋ ਹੈ ਬਾਬ ਸਾਗਰ ਤੋਂ ਪਾਰ ਉਤਰ ਸਕਦਾ ਹੈ, ਸ਼ਾਂਤੀ ਪ੍ਰਾਪਤ ਕਰ ਸਕਦਾ ਹੈ। ਔਰ ਜੋ ਜਲਨ ਔਰ ਘ੍ਰਿਣਾ ਇੱਕ ਦੂਜੇ ਦੇ ਵਿੱਚ ਜੋ ਫੈਲ ਰਹੀ ਹੈ, ਉਸ ਨੂੰ ਸਾਖੀਆਂ ਹੀ ਦੂਰ ਕਰ ਸਕਦੀਆਂ ਨੇ, ਕਬੀਰ ਸਾਹਿਬ ਦੀ ਬਾਣੀ ਦੂਰ ਕਰ ਸਕਦੀ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਦੂਰ ਕਰ ਸਕਦੀ ਹੈ। ਬਿਲਕੁਲ ਸਹੀ ਕਿਹਾ। ਔਰ ਜਿਵੇਂ ਕਿ ਸਾਨੂੰ ਇੱਕ ਸੇਧ ਦੀ ਲੋੜ ਹੁੰਦੀ ਹੈ, ਇੱਕ ਸਿੱਖਿਆ ਦੀ ਲੋੜ ਹੁੰਦੀ ਹੈ, ਇੱਕ ਪ੍ਰਕਾਸ਼ ਦੀ ਲੋੜ ਹੁੰਦੀ ਹੈ। ਸਾਡੇ ਅੰਦਰ ਬਹੁਤ ਸਾਰੇ ਵਿਕਾਰ ਨੇ,
ਬਹੁਤ ਸਾਰੇ ਦਵੈਸ਼ ਨੇ, ਅਸੀਂ ਬਹੁਤ ਚੀਜ਼ਾਂ ਦੇ ਲਈ ਭੱਜਦੇ ਹਾਂ, ਨੱਠਦੇ ਹਾਂ, ਪਰ ਸੰਤ ਕਬੀਰ ਜੀ ਨੇ ਸਾਨੂੰ ਉਹ ਸਿੱਖਿਆਵਾਂ ਦੇ ਕੇ ਸਾਨੂੰ ਉਹ ਸਹੀ ਰਾਹ 'ਤੇ ਚੱਲਣ ਦੇ ਲਈ ਪ੍ਰੇਰਿਤ ਕੀਤਾ ਹੈ। ਸੋ ਵੇਲਾ ਹੋ ਚੁੱਕਿਆ ਹੈ, ਸੰਤ ਕਬੀਰ ਜੀ ਦੇ ਭਜਨ ਨੂੰ ਅਸੀਂ ਸਰਵਣ ਕਰਦੇ ਹਾਂ। ਆਓ ਸਾਰੇ ਜਾਣੇ ਸਰਵਣ ਕਰੀਏ। राम सिमर पछताएगा मन, राम सिमर। 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 पापी जियरा लोभ करत है, पापी जियरा लोभ करत है, आज काल उठ जाएगा मन, राम सिमर। राम सिमर पछताएगा मन, राम सिमर। राम सिमर पछताएगा मन, राम सिमर। लालच लागे जन्म गवाया, माया परम पुलाएगा। माया परम बुलाएगा। लालच लागे जन्म गवाया, माया परम पुलाएगा। माया परम बुलाएगा। धन जौवन का गर्व न कीजे, कागज ज्यों गल जाएगा मन, राम सिमर। राम सिमर पछताएगा मन, राम सिमर। राम सिमर पछताएगा मन, राम सिमर। जो जम आए केस के पटके, ता दिन किछ न बसाएगा। दिन किछ न फसाएगा। जो जम आए केस के पटके, ता दिन किछ न बसाएगा। दिन किछ न फसाएगा। सिमरन भजन दया नहीं कीनी, तामुख चोटा खाएगा मन, राम सिमर। राम सिमर पछताएगा मन, राम सिमर। राम सिमर पछताएगा मन, राम सिमर। धर्म राय जब लेखा मांगे, क्या मुख लेके जाएगा। क्या मुख लेके जाएगा। धर्म राय जब लेखा मांगे, क्या मुख लेके जाएगा। क्या मुख लेके जाएगा। कहत कबीर सुनो रे संतो, साध संगत तर जाएगा मन, राम सिमर। राम सिमर पछताएगा मन, राम सिमर। राम
वाह क्या बात है। संत कबीर जी राम सिमर मन पछताएगा ਬਾਅਦ ਮੇਂ ਰਾਮ ਸਿਮਰ ਹੈ ਨਾ। ਉਹਨਾਂ ਦੇ ਜਦੋਂ ਇੱਕ ਦੋਹੇ ਦੀ ਗੱਲ ਕਰਦੇ ਹਾਂ ਨਾ, ਮੇਰੇ ਕੋਲ ਦਿਮਾਗ ਦੇ ਵਿੱਚ ਆਇਆ ਹੈ, ਮਾਇਆ ਮਰੀ ਨਾ ਮਨ ਮਰਾ, ਮਾਇਆ ਮਰੀ ਨਾ ਮਨ ਮਰਾ, ਮਰ ਮਰ ਗਏ ਸ਼ਰੀਰ, ਆਸ਼ਾ ਤ੍ਰਿਸ਼ਨਾ ਨਾ ਮਰੀ, ਕਹਿ ਗਏ ਸੰਤ ਕਬੀਰ। ਦੋਹੇ ਅਸੀਂ ਛੋਟੇ ਹੁੰਦੇ ਕਲਾਸਾਂ ਦੇ ਵਿੱਚ ਪੜ੍ਹੇ ਵੀ ਹੋਏ ਹਾਂ, ਔਰ ਦੋਹਿਆਂ ਨੂੰ ਕਿੱਦਾਂ ਵਿਸਾਰ ਦਈਏ ਸੰਤ ਕਬੀਰ ਜੀ ਦੀ ਜਦੋਂ ਗੱਲ ਹੁੰਦੀ ਹੈ। ਸੋ ਸ਼੍ਰੀ ਰਾਜੇਸ਼ ਕੁਮਾਰ ਭਗਤ ਜੀ, ਜਦੋਂ ਸੰਤ ਕਬੀਰ ਜੀ ਦੇ ਦੋਹਿਆਂ ਦੀ ਗੱਲ ਕਰਦੇ ਹਾਂ, ਦੇਖਣ ਨੂੰ ਤਾਂ ਸਰਲ ਲੱਗਦੇ ਨੇ ਪਰ ਬੜੇ ਡੂੰਘੇ ਅਰਥ ਨੇ। ਕਿਸ ਤਰ੍ਹਾਂ ਦੋਹਿਆਂ ਨੂੰ ਬਿਆਨ ਕਰੋਗੇ? ਕਬੀਰ ਸਾਹਿਬ ਦੇ ਦੋਹੇ ਬਹੁਤ ਸਧਾਰਨ ਹਨ, ਜਿਹੜੇ ਕਿ ਆਮ ਲੋਕ ਵੀ ਜਲਦੀ ਗ੍ਰਹਿਣ ਕਰ ਲੈਂਦੇ ਨੇ। पोथी पढ़ पढ़ जग मुआ, पंडित भयो न कोय, ढाई अक्षर प्रेम के, पढ़े सो पंडित होए कबीरा, पढ़े सो पंडित होय। जात न पूछो साध की, पूछ लीजियो ज्ञान, मोल करो तलवार का, पड़ा रहने दो म्यान कबीरा, पड़ा रहने दो म्यान। बुरा जो देखन मैं गया, बुरा ना मिलया कोई, जा दिल खोजा अपना, मुझसे बुरा न कोई कबीरा, मुझसे बुरा न कोई। कबीरा खड़ा बाजार में, सबकी मांगे खैर, ना कहूँ से दोस्ती, ना कहूँ से बैर कबीरा, ना कहूँ से बैर। क्या बात है। और ਇਹ ਨਾ ਦੋਹਿਆਂ ਦੇ ਵਿੱਚ ਜ਼ਿੰਦਗੀ ਨੂੰ ਕਿੰਨੀ ਸੋਹਣੀ ਇੱਕ ਸਿੱਖਿਆ ਮਿਲਦੀ ਹੈ ਨਾ। ਜੇਕਰ ਅਸੀਂ ਇਹਨਾਂ ਦੋਹਿਆਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲਈਏ, ਮੈਨੂੰ ਲੱਗਦਾ ਹੈ ਕਿ ਬੜੀ ਸਰਲ ਹੋ ਜਾਂਦੀ ਹੈ ਸਾਡੀ ਜ਼ਿੰਦਗੀ। ਕੋਈ ਲਾਲਚ ਨਹੀਂ, ਕੋਈ ਵੈਰ ਨਹੀਂ, ਕੋਈ ਵਿਰੋਧ ਨਹੀਂ, ਕਿਸੇ ਵੀ ਅਸੀਂ ਕਹਿੰਦੇ ਕਿ ਇੱਕ ਜਾਲ ਜਿਹੜਾ ਬਣਿਆ ਹੋਇਆ ਹੈ ਜਾਤ ਪਾਤ ਦਾ ਹੋ ਗਿਆ, ਅਮੀਰੀ ਗਰੀਬੀ ਦਾ, ਉਹਦੇ ਵਿੱਚ ਜਿਹੜੇ ਅਸੀਂ ਫਸਦੇ ਜਾ ਰਹੇ, ਮੈਨੂੰ ਲੱਗਦਾ ਹੈ ਸੰਤ ਕਬੀਰ ਜੀ ਦੇ ਦੋਹੇ ਸਾਨੂੰ ਇੱਕਦਮ ਹੀ ਕੱਢ ਲਿਆਉਂਦੇ ਨੇ ਬਾਹਰ, ਹੈ ਨਾ। ਸੋ ਸੰਤ ਕਬੀਰ ਜੀ ਦੀ ਜਦੋਂ ਅਸੀਂ ਆਖਰੀ ਸਮੇਂ ਦੀ ਗੱਲ ਕਰਦੇ ਹਾਂ, ਅਖੀਰ ਸਮਾਂ ਸੰਤ ਜੀ ਦਾ ਕਿਸ ਤਰ੍ਹਾਂ ਦਾ ਸੀ? ਸੰਤ ਕਬੀਰ ਜੀ ਜਦੋਂ ਆਖਰੀ ਸਮਾਂ ਆਇਆ, ਉਦੋਂ ਇਹ ਮਗਹਰ ਵੱਲ ਚੱਲ ਪਏ, ਕਿਉਂਕਿ ਮਗਹਰ ਜੋ ਨਾਲ ਦੋ ਘਟਨਾਵਾਂ ਜੁੜੀਆਂ ਹਨ। ਇੱਕ ਤਾਂ ਇਹ ਮੰਨਿਆ ਜਾਂਦਾ ਜੋ ਉੱਥੇ ਪ੍ਰਾਣ ਤਿਆਗਦਾ ਹੈ ਉਹ ਨਰਕ 'ਚ ਜਾਂਦਾ ਹੈ, ਗਧੇ ਦੀ ਜੂਨੀ ਜਾਂਦਾ ਹੈ। ਦੂਸਰਾ ਆਮੀ ਨਦੀ ਜੋ ਹਮੇਸ਼ਾ ਹੀ ਬਰਸਾਤ ਦੇ ਦਿਨਾਂ 'ਚ ਚਲਦੀ ਸੀ, ਸੁੱਖੀ ਰਹਿੰਦੀ ਸੀ ਸਾਰਾ ਸਾਲ। ਅੱਛਾ ਜੀ। ਜਦੋਂ ਕਬੀਰ ਜੀ ਦਾ ਅੰਤ ਸਮਾਂ ਆਇਆ, ਉਹ ਮਗਹਰ ਵੱਲ ਚੱਲ ਪਏ। ਇਹਨਾਂ ਨੂੰ ਸਾਰਿਆਂ ਨੇ ਸਮਝਾਇਆ ਕਿ ਤੁਸੀਂ ਸਾਰੀ ਉਮਰ ਝੂਠੇ ਰਿਵਾਜਾਂ ਦੀ ਨਿਖੇਧੀ ਕੀਤੀ ਹੈ ਤੇ ਤੁਸੀਂ ਸਵਰਗ 'ਚ ਜਾਣ ਲਈ ਤੁਸੀਂ ਕਾਂਸ਼ੀ ਬਨਾਰਸੀ ਤਿਆਗੋ ਤਾਂ ਕਿ ਤੁਸੀਂ ਸਵਰਗ 'ਚ ਜਾ ਸਕੋ। तो फिर इन्होंने कहा कि जो स्थान है मैटर नहीं करता, जे कोई चंगा इंसान माड़े जे चंगा इंसान कोई चंगे काम करता है वो मगर रहता है तो स्वर्गां चों बच नहीं सकता, स्वर्ग च जाएगा। जे कोई इंसान माड़े काम करता है वो बनारस रहता है तो वो नरकां चों बच नहीं सकता। भाव है कि उन्होंने स्थान नूं कोई महत्ता नहीं दी, उन्होंने कर्मां नूं महत्ता दी है, भगती नूं महत्ता दी है, उस भगती च लीन होने की महत्ता दी है। उन्होंने एक शब्द है जी कि मन कठोर मरे बनारस, नरक न वांचा जाई, हर का संत मरे हड़म बैता, सगली सैन तराई,
पूजो राम एक ही देवा साचा नावन गुर की सेवा। उन्होंने कहा मन कठोर मरे बनारस। जे कोई माड़ा बंदा बनारस मरदा है तो नरका चो बच नहीं सकता है, ते जे कोई चंगा बंदा अच्छे कर्म करता है मगर च मरदा है तो वो स्वर्गा चो बच नहीं सकता। मन कठोर मरे बनारस नरक न वांचा जाई, हर का संत मरे हड़म्बा त सगली सहन तराई। वो कहते पूजो राम एक ही देवा साचा नावन गुरु की सेवा। गुरु की सेवा और सच्चा नावन जो असली सेवा है, गुरु की सेवा है। अंतर मैल जो तीरथ नावे तिस बैकुंठ न जाना, लोकपति ने कछु न होवे नहीं राम आना। जल के मजन जे गत होवे नित नित मेंढक नावे, जैसे मेंढक तैसे नर फिर जो नहीं आवे। दिन सरैन वेद नहीं शास्त्र तापसे निंकारा, कहत कबीर नरति से त्यावे बबरिया संसारा। पूजो राम एक ही देवा साचा नावन गुरु की सेवा। जय कबीर जय कबीर धन कबीर धन कबीर। तो कबीर साहब का यो ही मकसद है कि जो अच्छे काम करता है हमेशा ही वो भव सागर तो पार उतरता है, स्वर्गा च जाता है। तो जो माड़े काम करता है वो नरका च जाता है, स्थान नूं माता नहीं। उन्होंने इस करके अच्छे कर्म करने लई सारे इंसानां नूं प्रेरित किया, जात पात के बंधनां नूं त्यागण लई प्रेरित किया। ये कबीर साहब का जो गुरबाणी विच गुरु ग्रंथ साहब विच बीजे ग्रंथ विच जो संदेश है। बिल्कुल बहुत सोहने संदेश और बहुत सोहणियां सिੱਖਿਆਵਾਂ ਉਹਨਾਂ ਦੀਆਂ ਜ਼ਿੰਦਗੀ ਦੇ ਵਿੱਚੋਂ ਅਸੀਂ ਲੈ ਰਹੇ ਹਾਂ, ਸਰਵਣ ਕਰ ਰਹੇ ਹਾਂ। ਤੁਹਾਡੇ ਮਤਲਬ ਭਗਤੀ ਦੇ ਵਿੱਚੋਂ ਉਹ ਉਹਨਾਂ ਦੇ ਦੋਹੇ ਜਾਂ ਅਸੀਂ ਕਹਿ ਲਈਏ ਕਿ ਉਹ ਸ਼ਬਦ ਜਿਹੜੇ ਅਸੀਂ ਹੁਣ ਤੁਹਾਡੇ ਜਿਹੜੀ ਜ਼ੁਬਾਨ ਦੇ ਵਿੱਚੋਂ ਵੀ ਸੁਣ ਰਹੇ ਹਾਂ। ਜਦੋਂ ਅਸੀਂ ਗੱਲ ਕਰਦੇ ਹਾਂ ਨਾ ਕਿ ਦੁਨੀਆ ਦੀ ਦੇਸ਼ਾਂ ਵਿਦੇਸ਼ਾਂ ਦੀ ਗੱਲ ਕਰਦੇ ਹਾਂ, ਸੰਤ ਕਬੀਰ ਜੀ ਦੀ ਬਾਣੀ ਜਿਹੜੀ ਹੈ ਉਹ ਕਿਤੇ ਵੀ ਪਹੁੰਚੀ ਹੋਈ ਹੈ ਨਾ। ਸੋ ਜਦੋਂ ਉਹਨਾਂ ਦੇ ਅਸੀਂ ਪ੍ਰਭਾਵ ਦੀ ਗੱਲ ਕਰਦੇ ਹਾਂ, ਪ੍ਰਚਾਰ ਦੀ ਗੱਲ ਕਰਦੇ ਹਾਂ, ਕਿਸ ਤਰ੍ਹਾਂ ਦਾ ਇੱਕ ਵੱਖਰਾ ਰੂਪ ਜਿਹੜਾ ਹੈ ਉਹ ਸਾਹਮਣੇ ਆਉਂਦਾ ਹੈ। ਸੰਤ ਕਬੀਰ ਸਾਹਿਬ ਦੀ ਬਾਣੀ ਦੇਸ਼ਾਂ ਵਿਦੇਸ਼ਾਂ ਵਿੱਚ ਬਹੁਤ ਹੀ ਪ੍ਰਚਲਿਤ ਹੈ। ਬਹੁਤ ਹੀ ਲੋਕ ਇਹਦਾ ਪਾਠ ਕਰਦੇ ਆ, ਪੂਜਾ ਕਰਦੇ ਆ, ਇਹਦੀਆਂ ਸਿੱਖਿਆਵਾਂ ਤੇ ਮਾਰਗਦਰਸ਼ਨ ਤੇ ਚੱਲਦੇ ਆ, ਇਹਦੀਆਂ ਸਿੱਖਿਆਵਾਂ ਨੂੰ ਅਮਲੀ ਜਾਮਾ ਪਹਿਨਾਉਂਦੇ ਆ, ਜਿਹਦੇ ਨਾਲ ਭਵ ਸਾਗਰ ਤੋਂ ਪਾਰ ਉਤਰਿਆ ਜਾ ਸਕੇ, ਜ਼ਿੰਦਗੀ 'ਚ ਸੁੱਖ ਪ੍ਰਾਪਤ ਕੀਤੇ ਜਾ ਸਕਣ। ਜੀ ਕਬੀਰ ਸਾਹਿਬ ਕੱਲਾ ਭਾਰਤ ਵਿੱਚ ਹੀ ਨਹੀਂ, ਦੇਸ਼ ਵਿਦੇਸ਼ਾਂ ਵੀ, ਵੈਸਟ ਇੰਡੀਜ਼, ਨੀਦਰਲੈਂਡ, ਦੈਨ ਕੈਨੇਡਾ, ਅਮਰੀਕਾ, ਸਭ ਜਗ੍ਹਾ ਕਬੀਰ ਸਾਹਿਬ ਦੇ ਜੋ ਮੰਦਰ ਹਨ, ਗੁਰਦੁਆਰੇ ਹਨ, ਜਿਨ੍ਹਾਂ ਤੇ ਕਬੀਰ ਸਾਹਿਬ ਦੀ ਜੋ ਪੂਜਾ ਹੁੰਦੀ ਕੀਤੀ ਜਾਂਦੀ ਹੈ। ਠੀਕ ਹੈ। ਮੈਂ ਖੁਦ ਵੀ, ਮੈਨੂੰ ਮੌਕਾ ਮਿਲਿਆ ਅਮਰੀਕਾ ਜਾ ਕੇ ਕਬੀਰ ਸਾਹਿਬ ਦੇ ਬਾਣੀ ਦਾ ਪ੍ਰਚਾਰ ਕਰਨ ਦਾ। ਜੀ ਕਾਰਸਨ ਜੋ ਮੰਦਰ ਦੇਖ ਰਹੇ ਹੋ ਇਸ ਵੇਲੇ, ਇਹ ਕਾਰਸਨ ਜ਼ਿਲ੍ਹੇ ਦੇ ਵਿੱਚ ਕੈਲੀਫੋਰਨੀਆ ਅਮਰੀਕਾ ਦੇ ਵਿੱਚ ਮੰਦਰ ਹੈ। ਅੱਛਾ ਜੀ। ਜੋ ਕਿ ਕਾਫੀ ਪੁਰਾਣਾ ਮੰਦਰ ਹੈ। ਕਬੀਰ ਸਾਹਿਬ ਦੀ ਬਹੁਤ ਹੀ ਇੱਥੇ ਪੂਜਾ ਹੁੰਦੀ ਹੈ, ਬਹੁਤ ਮਾਨਤਾ ਹੈ। ਤੋ ਭਾਵ ਇਹ ਹੈ ਕਿ ਕਬੀਰ ਸਾਹਿਬ ਦੀ ਜੋ ਬਾਣੀ ਹੈ ਇਹ ਕਿਸੇ ਇੱਕ ਸਮੁਦਾਇ ਲਈ ਨਹੀਂ ਹੈਗੀ। ਇਹ ਜਾਂ ਕਬੀਰ ਪੰਥੀਆਂ ਲਈ ਜਾਂ ਕਿਸੇ ਇੱਕ ਸਮੁਦਾਇ ਲਈ ਨਹੀਂ। ਜੇ ਪੀਰ ਪੈਗੰਬਰ ਜੋ ਗੁਰੂ ਹੁੰਦੇ ਆ ਇਹ ਸਾਰਿਆਂ ਦੇ ਸਾਂਝੇ ਹੁੰਦੇ ਆ। ਇਹ ਦੇਖੋ ਸਾਹਮਣੇ ਕਬੀਰ ਸਾਹਿਬ ਦਾ ਜੋ ਮੰਦਰ ਅਮਰੀਕਾ ਦੇ ਵਿੱਚ ਕਾਰਸਨ ਕੈਲੀਫੋਰਨੀਆ ਦੇ ਵਿੱਚ ਸਾਹਮਣੇ ਨਜ਼ਰ ਆ ਤਸਵੀਰ 'ਚ ਰਿਹਾ ਦੇਖ ਹੈ। ਰਹੇ ਹਾਂ। ਹਾਂਜੀ। ਤੇ ਇਸ ਤਰ੍ਹਾਂ ਕਬੀਰ ਸਾਹਿਬ ਦੀ ਬਾਣੀ ਸਾਰੀ ਦੁਨੀਆ ਲਈ ਹੈ।
ਸਾਰੀ ਜਾਤ ਪਾਤਾਂ ਲਈ ਹੈ। ਜੀ। ਪੀਰ ਪੈਗੰਬਰ ਗੁਰੂ ਸਾਰੇ ਦੇ ਸਾਂਝੇ ਹੁੰਦੇ ਨੇ। ਉਹ ਕਬੀਰ ਦੀ ਬਾਣੀ ਜੋ ਹੈ ਇਹ ਸਾਰੇ ਧਰਮਾਂ ਦੇ ਲੋਕ ਇਹਨੂੰ ਫਾਲੋ ਕਰਦੇ ਆ। ਇਹ ਜ਼ਰੂਰੀ ਨਹੀਂ ਕੋਈ ਵੀ ਆਦਮੀ ਫਾਲੋ ਕਰ ਸਕਦਾ ਹੈ। ਜੀ। ਇਹ ਜ਼ਰੂਰੀ ਨਹੀਂ ਕਬੀਰ ਪੰਥੀ ਫਾਲੋ ਕਰ ਸਕਦੇ। ਵਿਜੇ ਗ੍ਰੰਥ ਹੈ ਹਿੰਦੂ ਫਾਲੋ ਕਰਦੇ ਆ। ਕਬੀਰ ਸਾਹਿਬ ਨੇ ਕਿਹਾ ਹਿੰਦੂ ਮੁਸਲਮ ਸਿੱਖ ਈਸਾਈ ਸਾਰੇ ਇੱਕ ਹਨ, ਹਾਂਜੀ ਸਾਰੇ ਇਕਜੁੱਟ ਹਨ। ਬਿਲਕੁਲ। ਤੇ ਇਸ ਕਰਕੇ ਇਹਨੂੰ ਕੋਈ ਕਿਸੇ ਧਰਮ ਦਾ ਵੀ ਜੋ ਕਬੀਰ ਸਾਹਿਬ ਦੀ ਬਾਣੀ ਨੂੰ ਅਪਣਾ ਸਕਦਾ ਹੈ, ਕੋਈ ਮਨਾਹੀ ਨਹੀਂ ਹੈ। ਔਰ ਕਬੀਰ ਸਾਹਿਬ ਦੀ ਬਾਣੀ ਸਾਰੀ ਦੁਨੀਆ ਨੂੰ ਇੱਕੋ ਸੰਦੇਸ਼ ਦਿੰਦੀ ਹੈ ਕਿ ਕੁਦਰਤ ਦੇ ਬਣਾਏ ਹੋਏ ਸਭ ਬੰਦੇ ਹਨ। ਆਓ ਸਾਰੇ ਮਿਲ ਕੇ ਇਸ ਕੁਦਰਤ ਦੇ ਬਣਾਏ ਹੋਏ ਬੰਦਿਆਂ ਨੂੰ ਸਭ ਪਿਆਰ ਕਰੀਏ, ਹਾਂ। ਇਹਨੂੰ ਆਪਣਾ ਸਮਝੀਏ ਔਰ ਸਾਰਿਆਂ ਦਾ ਦੁੱਖ ਦਰਦ ਸਮਝੀਏ, ਜਿਸ ਨਾਲ ਕਿ ਅਸੀਂ ਸਾਰਿਆਂ ਦੀ ਭਲਾਈ ਹੋ ਸਕੇ, ਬਿਲਕੁਲ। ਸਾਰਿਆਂ ਨੂੰ ਇੱਕ ਸੰਦੇਸ਼ ਜਾ ਸਕੇ ਕਿ ਆਓ ਚੱਲ ਕੇ ਸਾਰਿਆਂ ਨੂੰ ਆਪਸੀ ਭਾਈਚਾਰਾ ਪਿਆਰ ਵੰਡੀਏ। ਬਸ ਇਹੋ ਕਬੀਰ ਸਾਹਿਬ ਦੀ ਬਾਣੀ ਦਾ ਸੰਦੇਸ਼ ਹੈ। ਅਤੇ ਭਗਤੀ ਕਰੀਏ, ਭਗਤੀ 'ਚ ਲੀਨ ਹੋਈਏ, ਜਿੰਦੇ ਜੀ ਉਸ ਪ੍ਰਭੂ ਨੂੰ ਪਾਈਏ। ਇਹ ਕਬੀਰ ਸਾਹਿਬ ਦਾ ਸੰਦੇਸ਼ ਹੈ। ਬਿਲਕੁਲ। 4 ਜੂਨ ਸੰਤ ਕਬੀਰ ਜਯੰਤੀ ਆ ਰਹੀ ਹੈ ਸਾਡੇ ਕੋਲ, ਹੈ ਨਾ। ਕੱਲ ਦੇ ਦਿਨ ਹੋਏਗੀ। ਔਰ ਇਸ ਮੌਕੇ ਉੱਤੇ ਕਿਹੜੀਆਂ ਗਤੀਵਿਧੀਆਂ ਕੀਤੀਆਂ ਜਾਂਦੀਆਂ ਨੇ? ਦੇਖੋ ਇਹਦੇ ਵਿੱਚ 4 ਜੂਨ ਨੂੰ ਜਿੰਨੇ ਵੀ ਕਬੀਰ ਸਾਹਿਬ ਦੇ ਮੰਦਿਰ ਹੈ, ਗੁਰਦੁਆਰੇ ਆ ਦੁਨੀਆ ਦੇ ਵਿੱਚ, ਦੇਸ਼ ਵਿਦੇਸ਼ਾਂ ਦੇ ਵਿੱਚ, ਜੀ ਉੱਥੇ ਸਵੇਰੇ ਪੂਜਾ ਪਾਠ ਹੁੰਦੀ ਹੈ। ਜੀ। ਲੋਕ ਕਬੀਰ ਸਾਹਿਬ ਦਾ ਆਸ਼ੀਰਵਾਦ ਲੈਂਦੇ ਆ, ਮੱਥਾ ਟੇਕਦੇ ਆ ਮੰਦਿਰਾਂ 'ਚ। ਸਾਰੇ ਰਾਤ ਨੂੰ ਲਾਈਟਿੰਗ ਹੁੰਦੀ ਹੈ, ਦੀਵਾਲੀ ਦੀ ਤਰ੍ਹਾਂ ਲੋਕ ਉੱਤੇ ਦੀਪਮਾਲਾ ਕਰਦੇ ਆ ਜੀ। ਤੇ ਕਬੀਰ ਸਾਹਿਬ ਦੇ ਭਜਨ ਗਾਉਂਦੇ ਆ। ਵੱਖ-ਵੱਖ ਮੰਡਲੀਆਂ ਜਿਸ ਤਰ੍ਹਾਂ ਕਿ ਅੰਤਰਰਾਸ਼ਟਰੀ ਕਾਰਿਆਕ੍ਰਮ ਵੀ 4 ਜੂਨ ਨੂੰ ਕਾਸ਼ੀ ਬਨਾਰਸ ਵਿੱਚ ਹੋ ਰਿਹਾ ਹੈ। ਠੀਕ ਉਹ ਹੈ। 'ਚ ਵੀ ਵੱਖ-ਵੱਖ ਦੇਸ਼ ਵਿਦੇਸ਼ਾਂ ਤੋਂ ਜੋ ਲੋਕ ਆ ਰਹੇ ਆ, ਔਰ ਸੰਤ ਵਿਵੇਕ ਦਾਸ ਜੀ ਵੀ ਉੱਥੇ ਪ੍ਰਵਚਨ ਕਰਨਗੇ, ਸੰਗਤਾਂ ਨੂੰ ਨਿਹਾਲ ਕਰਨਗੇ। ਜੀ। ਤੋ ਇਸ ਤਰ੍ਹਾਂ ਕਬੀਰ ਸਾਹਿਬ ਦੀ ਬਾਣੀ ਇੱਕ ਸੰਦੇਸ਼ ਹੈ, ਜਾਤ ਪਾਤ ਨੂੰ ਤਿਆਗਣਾ, ਆਪਸੀ ਭਾਈਚਾਰੇ ਨੂੰ ਬੜਾਵਾ ਦੇਣਾ। ਇਹ ਕਬੀਰ ਸਾਹਿਬ ਦੀ ਬਾਣੀ ਦਾ ਸੰਦੇਸ਼ ਹੈ। ਔਰ ਸ਼ੋਭਾ ਯਾਤਰਾ ਕੱਢੀਆਂ ਜਾਂਦੀਆਂ ਨੇ। ਜੀ। ਕਬੀਰ ਸਾਹਿਬ ਦਾ ਬਾਣੀ ਹੈ ਨਾ, ਸੋਈ ਮੁਖ ਧਨ ਹੈ ਜੋ ਮੁਖ ਕਹੀਏ ਰਾਮ, ਦੇਹੀ ਕਿਸਕੀ ਵਾਪਰੀ ਪਵਿੱਤਰ ਹੋਏਗੇ ਗ੍ਰਾਮ। ਉਹ ਜਦੋਂ ਆਪ ਦੇ ਮੁਖਾਬਿਨ ਚੋਂ ਕੋਈ ਰੱਬ ਦਾ ਨਾਮ ਲਿਆ ਜਾਂਦਾ ਹੈ ਤੇ ਆਪਣਾ ਆਪ ਹੀ ਨਹੀਂ ਪਵਿੱਤਰ ਹੁੰਦਾ, ਸਾਰਾ ਸ਼ਹਿਰ ਗ੍ਰਾਮ ਪਵਿੱਤਰ ਹੋ ਜਾਂਦਾ ਹੈ। ਇਸ ਕਰਕੇ ਸ਼ੋਭਾ ਯਾਤਰਾ ਭਜਨ ਗਾਏ ਜਾਂਦੇ ਹਨ ਉਸ ਕਬੀਰ ਸਾਹਿਬ ਦੇ, ਤਾਂ ਕਿ ਇਸ ਦੁਨੀਆ ਦਾ ਉਧਾਰ ਹੋ ਸਕੇ। ਜੀ ਬਿਲਕੁਲ। ਸੰਤ ਕਬੀਰ ਜੀ, ਭਗਤ ਕਬੀਰ ਜੀ, ਜਿਨ੍ਹਾਂ ਨੇ ਸਾਨੂੰ ਜ਼ਿੰਦਗੀ ਨੂੰ ਅੱਗੇ ਹੋਰ ਲੈ ਕੇ ਚੱਲਣ ਦੇ ਲਈ ਬਹੁਤ ਕੁਝ ਸਿੱਖਿਆਵਾਂ ਦਿੱਤੀਆਂ, ਜਿਨ੍ਹਾਂ ਵਿੱਚੋਂ ਸੀਗਾ ਕਿ ਜਾਤ ਪਾਤ ਦੇ ਬੰਧਨਾਂ ਤੋਂ ਅਸੀਂ ਮੁਕਤ ਹੋ ਜਾਈਏ, ਅਮੀਰੀ ਗਰੀਬੀ ਦੇ ਜਿਹੜੇ ਪਾੜੇ ਨੇ ਉਹਨਾਂ ਨੂੰ ਖਤਮ ਕਰ ਦਈਏ। ਸਿਰਫ ਤੇ ਸਿਰਫ ਇੱਕ ਸਾਡਾ ਜਿਹੜਾ ਸੰਦੇਸ਼ ਹੋਣਾ ਚਾਹੀਦਾ ਜ਼ਿੰਦਗੀ ਦੇ ਵਿੱਚ, ਲਕਸ਼ ਹੋਣਾ ਚਾਹੀਦਾ, ਟੀਚਾ ਹੋਣਾ ਚਾਹੀਦਾ ਕਿ ਸਾਂਝੀ ਵਾਲਤਾ ਦੇ ਨਾਲ ਚੱਲੀਏ ਔਰ ਪ੍ਰੇਮ ਪਿਆਰ ਦੇ ਨਾਲ ਦੁਨੀਆ ਦੇ ਵਿੱਚ ਰਹਿ ਕੇ ਪਰਮਾਤਮਾ ਦੀ ਭਗਤੀ ਦੇ ਵਿੱਚ ਲੀਨ ਹੋਈਏ। ਸੋ ਕੱਲ ਜਿਹੜਾ ਹੈ ਉਹ ਸੰਤ ਕਬੀਰ ਜਯੰਤੀ ਜਿਹੜੀ ਹੈਗੀ ਸਾਰੇ ਦੁਨੀਆ ਦੇ ਵਿੱਚ, ਦੇਸ਼ਾਂ ਵਿਦੇਸ਼ਾਂ ਵਿੱਚ ਮਨਾਈ ਜਾਏਗੀ। ਤੁਹਾਨੂੰ ਸਾਰਿਆਂ ਨੂੰ ਦੂਰਦਰਸ਼ਨ ਦੀ ਟੀਮ ਦੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਸੰਤ ਕਬੀਰ ਜਯੰਤੀ ਦੀਆਂ। ਔਰ ਜਿੱਥੇ ਅਸੀਂ ਜਯੰਤੀ ਮਨਾਵਾਂਗੇ, ਜਿੱਥੇ ਉਹਨਾਂ ਦਾ ਪ੍ਰਕਾਸ਼ ਪੁਰਬ ਮਨਾਵਾਂਗੇ, ਉੱਥੇ ਨਾਲ ਦੀ ਨਾਲ ਇਹਨਾਂ ਸਿੱਖਿਆਵਾਂ ਉੱਤੇ ਚੱਲਣ ਦੇ ਲਈ ਆਪਣੇ ਆਪ ਨੂੰ ਤਿਆਰ ਕਰ ਲਈਏ। ਰਾਜੇਸ਼ ਕੁਮਾਰ ਭਗਤ ਜੀ, ਤੁਸੀਂ ਸਟੂਡੀਓ ਦੇ ਵਿੱਚ ਆਏ ਔਰ ਬਹੁਤ ਸਾਰੀ ਜਾਣਕਾਰੀ ਤੁਸੀਂ ਦਿੱਤੀ, ਤੁਹਾਡਾ ਬਹੁਤ-ਬਹੁਤ ਧੰਨਵਾਦ। ਦਰਸ਼ਕਾਂ ਦਾ ਵੀ ਧੰਨਵਾਦ। अव्वल अल्लाह नूरो पाया, अव्वल अल्लाह नूरो पाया, कुदरत के सब बंदे एक नूर ते सब जग उपजया। कौन भले को मंदे, कौन भले को मंदे। अवले अल्लाह नूर उपाया, अवले अल्लाह नूर उपाया।
भूलो पाई, लोका परम न भूलो पाई। लोका परम न भूलो पाई, लोका परम न भूलो पाई। खालक खलक खलक में खालक, पूर रहो सब ठाई, पूर रहो सब ठाई।